ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 42 ਦੇਖਣ ਲੱਗੇ ਹਾਂ। ਅੱਜ ਅਸੀਂ ਕੁਝ MCQs ਦੀ ਪ੍ਰੈਕਟਿਸ ਕਰਾਂਗੇ, ਠੀਕ ਹੈ ਨਾ ਫਰੈਂਡਸ। ਤਾਂ ਆਪਾਂ ਪਿਛਲਾ ਲੈਕਚਰ ਵਿੱਚ ਕੀ ਦੇਖਿਆ, ਆਪਾਂ ਨੇ ਪਿਛਲੇ ਲੈਕਚਰ ਵਿੱਚ ਰੀਆਰਡਰ ਕੁਆਂਟੀਟੀ ਦੇਖੀ, ਆਪਾਂ ਨੇ ਮੈਕਸਿਮਮ ਲੈਵਲ ਦੇਖਿਆ, ਮਿਨੀਮਮ ਲੈਵਲ ਦੇਖਿਆ, ਐਵਰੇਜ ਲੈਵਲ ਦੇਖਿਆ, ਠੀਕ ਹੈ, ਰੀਆਰਡਰ ਲੈਵਲ ਦੇਖਿਆ ਆਪਾਂ ਨੇ, ਠੀਕ ਹੈ ਨਾ। ਇਹ ਸਾਰੇ ਕਨਸੈਪਟਸ ਆਪਾਂ ਪੜ੍ਹੇ ਨੇ। ਮੈਂ ਹਰ ਇੱਕ ਕਨਸੈਪਟ ਤੋਂ ਬਾਅਦ ਇੱਕ MCQs ਦੀ ਪ੍ਰੈਕਟਿਸ ਜ਼ਰੂਰ ਲੈ ਕੇ ਆਉਣਾ ਤਾਂ ਕਿ ਤੁਹਾਡੀ ਪ੍ਰੈਕਟਿਸ ਹੁੰਦੀ ਜਾਵੇ, ਠੀਕ ਹੈ। ਅਤੇ ਮੈਂ ਪਿਛਲੇ ਜੇ ਤੁਸੀਂ ਮੇਰੇ ਕੁਝ ਲੈਕਚਰਸ ਦੇਖੋਗੇ, ਇੱਕ ਦੋ ਲੈਕਚਰ 'ਚ ਮੈंने ਰਿਵੀਜ਼ਨ ਵੀ ਕਰਾਈ ਹੈ। ਮੈंने ਘੱਟੋ ਘੱਟ 2 ਜਾਂ 3 ਲੈਕਚਰ ਵਿੱਚ ਇੱਕ ਵਾਰੀ ਮੈਂ ਜਿੰਨਾ ਕਰਾ ਚੁੱਕਾ ਮੈਂ ਉਹਦੀ ਰਿਵੀਜ਼ਨ ਵੀ ਨਾਲ ਕਰਾ ਰਿਹਾ, ਠੀਕ ਹੈ ਨਾ ਫਰੈਂਡਸ। ਤਾਂ ਜਿਹੜੇ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਆਵੇ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਮੈਨੂੰ ਪੁੱਛੋ, ਮੈਂ ਉਹਦਾ 100% ਰਿਪਲਾਈ ਕਰਾਂਗਾ, ਠੀਕ ਹੈ ਨਾ। ਤਾਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ, ਠੀਕ ਹੈ ਨਾ। ਮੌਕ ਟੈਸਟ ਜ਼ਰੂਰ ਖਰੀਦੋ, ਜਿਹਦੇ ਨਾਲ ਤੁਹਾਡੀ ਤਿਆਰੀ ਹੋਰ ਪੱਕੀ ਹੋ ਜਾਏਗੀ, ਠੀਕ ਹੈ ਨਾ। ਤੁਹਾਨੂੰ ਪ੍ਰੋਬਲਮ ਘੱਟ ਆਏਗੀ, ਠੀਕ ਹੈ, ਤੁਹਾਡਾ ਕੌਨਫੀਡੈਂਸ ਵਧੇਗਾ। ਸੋ ਮੌਕ ਟੈਸਟ ਖਰੀਦਣੇ ਜ਼ਰੂਰੀ ਨੇ। ਅਤੇ ਜਿਹੜੇ ਬੱਚੇ ਇੰਟਰਸਟਿਡ ਹਨ ਤਾਂ ਇਸ ਸਾਈਟ 'ਤੇ ਜਾ ਕੇ www.gilsmentor.test.com ਤੋਂ ਜਾ ਕੇ ਆਪਣੇ ਮੌਕ ਟੈਸਟ ਖਰੀਦ ਸਕਦੇ ਹਨ। ਬੁੱਕਸ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ, ਸੈਕਸ਼ਨ ਟੈਸਟ ਵੀ ਪ੍ਰੋਵਾਈਡ ਕੀਤੇ ਜਾਣਗੇ। ਤਾਂ ਜਿਹੜੇ ਬੱਚੇ ਇੰਟਰਸਟਿਡ ਹਨ ਉਹ ਜ਼ਰੂਰ ਖਰੀਦਣ। ਪਹਿਲਾ ਕੁਐਸਚਨ ਹੈ, ਦਾ ਕੰਪੋਨੈਂਟਸ ਆਫ ਦੀ ਟੋਟਲ ਫੈਕਟਰੀ ਕੋਸਟ ਆਰ। ਟੋਟਲ ਫੈਕਟਰੀ ਕੋਸਟ ਨੂੰ ਕੱਢਣ ਲਈ ਕਿਹੜੇ ਕਿਹੜੇ ਕੰਪੋਨੈਂਟਸ ਲੱਗਦੇ ਨੇ ਦੱਸੋ ਮੈਨੂੰ। ਡਾਇਰੈਕਟ ਮਟੀਰੀਅਲ ਪਲੱਸ ਡਾਇਰੈਕਟ ਲੇਬਰ ਪਲੱਸ ਫੈਕਟਰੀ ਓਵਰਹੈਡ, ਪ੍ਰਾਈਮ ਕੋਸਟ ਓਨਲੀ, ਪ੍ਰਾਈਮ ਕੋਸਟ ਪਲੱਸ ਫੈਕਟਰੀ ਓਵਰਹੈਡ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ ਡੀ ਆਪਸ਼ਨ, ਪ੍ਰਾਈਮ ਕੋਸਟ ਪਲੱਸ ਫੈਕਟਰੀ ਓਵਰਹੈਡ। ਪ੍ਰਾਈਮ ਕੋਸਟ ਅਤੇ ਫੈਕਟਰੀ ਓਵਰਹੈਡ ਕਿਵੇਂ ਆਏਗਾ? ਜੇ ਤੁਸੀਂ ਮੇਰਾ ਕੋਸਟ ਸ਼ੀਟ ਵਾਲਾ ਕੰਸੈਪਟ ਪੜ੍ਹਿਆ ਹੋਏਗਾ, ਉਸ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਮੇਰੀ ਟੋਟਲ ਫੈਕਟਰੀ ਕੋਸਟ ਨਿਕਲਦੀ ਹੈ ਉਸ ਵਿੱਚ ਪ੍ਰਾਈਮ ਕੋਸਟ ਐਡ ਹੁੰਦੀ ਹੈ ਅਤੇ ਫੈਕਟਰੀ ਓਵਰਹੈਡ ਐਡ ਹੁੰਦੇ ਨੇ। ਫੈਕਟਰੀ ਵਿੱਚ ਜਿਹੜੇ ਫੈਕਟਰੀ ਦੇ ਖਰਚੇ ਆਉਂਦੇ ਨੇ, ਓਵਰਹੈਡ ਦਾ ਮਤਲਬ ਇੰਡਾਇਰੈਕਟ ਐਕਸਪੈਂਸਿਸ। ਓਵਰਹੈਡ 3 ਤਰ੍ਹਾਂ ਦੇ ਹੁੰਦੇ ਨੇ, ਫੈਕਟਰੀ ਓਵਰਹੈਡ, ਐਡਮਿਨਿਸਟ੍ਰੇਸ਼ਨ ਓਵਰਹੈਡ, ਸੈਲਿੰਗ ਐਂਡ ਡਿਸਟਰੀਬਿਊਸ਼ਨ ਓਵਰਹੈਡ, ਠੀਕ ਹੈ ਫਰੈਂਡਸ। ਫੈਕਟਰੀ ਓਵਰਹੈਡ, ਠੀਕ ਹੈ, ਐਡਮਿਨਿਸਟ੍ਰੇਸ਼ਨ ਓਵਰਹੈਡ, ਸੈਲਿੰਗ ਐਂਡ ਡਿਸਟਰੀਬਿਊਸ਼ਨ ਓਵਰਹੈਡ, ਇਹ 3 ਤਰ੍ਹਾਂ ਦੇ ਓਵਰਹੈਡ ਹੁੰਦੇ ਨੇ। ਫੈਕਟਰੀ ਵਿੱਚ ਮੇਰੇ ਫੈਕਟਰੀ ਦੇ ਖਰਚੇ ਆਉਂਦੇ ਹਨ। ਅਤੇ ਪ੍ਰਾਈਮ ਕੋਸਟ ਕੀ ਹੁੰਦੀ ਹੈ? ਡਾਇਰੈਕਟ ਮਟੀਰੀਅਲ ਪਲੱਸ ਡਾਇਰੈਕਟ ਲੇਬਰ, ਠੀਕ ਹੈ। ਤਾਂ ਡਾਇਰੈਕਟ ਐਕਸਪੈਂਸਿਸ ਉਹ ਐਡ ਕਰਕੇ ਜੋ ਮੇਰਾ ਆਉਂਦਾ ਉਹ ਕੀ ਹੁੰਦੀ ਹੈ? ਮੇਰੀ ਪ੍ਰਾਈਮ ਕੋਸਟ ਹੁੰਦੀ ਹੈ, ਠੀਕ ਹੈ ਨਾ ਫਰੈਂਡਸ। ਤਾਂ ਉਹਦੇ ਕਿਹੜਾ ਆਪਸ਼ਨ ਆ ਜਾਏਗਾ? ਡੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਦੇਖਦੇ ਹਾਂ ਆਪਾਂ, ਵਿਚ ਆਫ ਦਾ ਫੋਲੋਇੰਗ ਫੰਕਸ਼ਨਸ ਆਰ ਫੁਲਫਿਲਡ ਬਾਏ ਦਾ ਗੁਡਸ ਰਿਸੀਵਡ ਨੋਟ। ਕਿਹੜੇ ਕਿਹੜੇ ਫੰਕਸ਼ਨਸ ਫੁਲਫਿਲ ਕਰਦਾ ਗੁਡਸ ਰਿਸੀਵਡ ਨੋਟ ਦੱਸੋ। Provides information to update the inventory records on receipts of goods, provide information to check the quantity on the supplier invoice, provide the information to check the price on the supplier invoice। ਦੱਸੋ। ਕਿਹੜਾ ਆਪਸ਼ਨ ਠੀਕ ਹੋਏਗਾ ਇਹਨਾਂ ਚੋਂ ਦੱਸੋ ਮੈਨੂੰ। ਫਸਟ ਓਨਲੀ, ਫਸਟ ਐਂਡ ਸੈਕਿੰਡ ਓਨਲੀ, ਫਸਟ ਐਂਡ ਥਰਡ ਓਨਲੀ, ਸੈਕਿੰਡ ਐਂਡ ਥਰਡ ਓਨਲੀ। ਇਹਦਾ ਆਨਸਰ ਆਏਗਾ ਡੀ ਆਪਸ਼ਨ, ਸੈਕਿੰਡ ਐਂਡ ਥਰਡ ਓਨਲੀ। ਗੁਡਸ ਰਿਸੀਵ ਨੋਟ 'ਚ ਕਿਹੜੇ ਕਿਹੜੇ ਫੰਕਸ਼ਨ ਫੁਲਫਿਲ ਕਰਦਾ ਗੁਡਸ ਰਿਸੀਵ ਨੋਟ ਦੱਸੋ। ਪ੍ਰੋਵਾਈਡ ਇਨਫੋਰਮੇਸ਼ਨ ਦੱਸਦਾ ਸਾਨੂੰ ਕਿੰਨੀ ਕੁਆਂਟਿਟੀ ਚੈੱਕ ਕਰਦਾ, ਪ੍ਰੋਵਾਈਡ ਇਨਫੋਰਮੇਸ਼ਨ ਟੂ ਚੈੱਕ ਦੀ ਕੁਆਂਟਿਟੀ ਔਨ ਦਾ ਸਪਲਾਇਰ ਇਨਵਾਇਸ, ਅਤੇ ਪ੍ਰੋਵਾਈਡ ਦੀ ਇਨਫੋਰਮੇਸ਼ਨ ਔਨ ਦੀ ਪ੍ਰਾਈਸ ਔਨ ਦੀ ਸਪਲਾਇਰ ਇਨਵਾਇਸ। ਦੋ ਚੀਜ਼ਾਂ ਸਾਨੂੰ ਦੱਸਦਾ ਹੈ, ਠੀਕ ਹੈ ਫਰੈਂਡਸ। ਤਾਂ ਅਗਲਾ ਕੁਐਸਚਨ ਹੈ, ਕੈਲਕੂਲੇਟ ਦੀ ਟੋਟਲ ਸੈਲਰੀ ਰਿਸੀਵਡ ਵਿਦ ਦੀ ਗਿਵਨ ਡਾਟਾ। ਆਪਾਂ ਨੂੰ ਟੋਟਲ ਸੈਲਰੀ ਦੱਸਣੀ ਹੈ, ਠੀਕ ਹੈ। ਜਿਹੜਾ ਲੇਬਰਮੈਨ ਵਰਕ ਕੰਮ ਕਰ ਰਿਹਾ, ਠੀਕ ਹੈ, ਭਾਵੇਂ ਉਹ ਫੈਕਟਰੀ 'ਚ ਕਰ ਰਿਹਾ ਭਾਵੇਂ ਆਫਿਸ ਕਰ ਰਿਹਾ, ਠੀਕ ਹੈ, ਉਸ ਬੰਦੇ ਦੀ ਪਰ ਦੀ ਸੈਲਰੀ ਦੱਸਣੀ ਹੈ। ਇਹ ਆਪਾਂ ਉਹਦੀ ਸੈਲਰੀ ਕਿਉਂ ਦੱਸ ਰਹੇ ਹਾਂ? ਆਪਾਂ ਕੋਸਟ ਨੂੰ ਡਿਟਰਮਾਈਨ ਕਰਨਾ। ਸਾਨੂੰ ਜੇ ਉਹਦੀ ਐਕਚੁਅਲ ਸੈਲਰੀ ਪਤਾ ਹੋਏਗੀ, ਠੀਕ ਹੈ ਨਾ, ਉਸ ਹਿਸਾਬ ਸਿਰ ਆਪਾਂ ਆਪਣੀ ਕੋਸਟ ਨੂੰ ਤੈਅ ਕਰ ਸਕਾਂਗੇ, ਠੀਕ ਹੈ। ਆਪਾਂ ਨੇ ਹਰੇਕ ਖਰਚੇ ਦੇਖਣੇ ਹੁੰਦੇ ਆ। ਜੇ ਤੁਸੀਂ ਮੇਰਾ ਕੋਸਟ ਸ਼ੀਟ ਵਾਲਾ ਲੈਕਚਰ ਦੇਖਿਆ ਹੋਵੇ, ਉਸ ਵਿੱਚ ਹਰੇਕ ਤਰ੍ਹਾਂ ਦੇ ਖਰਚੇ ਆਉਂਦੇ ਹਨ। ਫੈਕਟਰੀ ਵਿੱਚ ਫੈਕਟਰੀ ਦੇ ਵੇਜਿਸ ਆਉਂਦੇ ਹਨ, ਆਫਿਸ ਵਿੱਚ ਆਫਿਸ ਦੇ ਵੇਜਿਸ ਆਉਂਦੇ ਹਨ, ਠੀਕ ਹੈ। ਤਾਂ ਆਪਾਂ ਉਹ ਇੱਕ ਸੈਲਰੀ ਰਿਸੀਵਡ ਦਾ ਇੱਕ ਡਾਟਾ ਕੱਢ ਰਹੇ ਹਾਂ, ਤਾਂ ਉਹ ਵੀ ਇੱਕ ਤਰ੍ਹਾਂ ਦਾ ਫੰਕਸ਼ਨ ਹੈ, ਠੀਕ ਹੈ ਨਾ। ਉਹ ਵੀ ਇੱਕ ਤਰ੍ਹਾਂ ਕੋਸਟ ਦਾ ਪਾਰਟ ਹੈ, ਠੀਕ ਹੈ। ਸੈਲਰੀ ਦਿੱਤੀ ਹੋਈ ਹੈ 5000, ਜੋ ਬੇਸਿਕ ਤਨਖਾਹ ਤਾਂ ਹੈ ਹੀ ਹੈ, ਠੀਕ ਹੈ। ਪਰ ਪ੍ਰਾਈਜ਼ ਕਮਿਸ਼ਨ ਵੀ ਮਿਲਦੀ ਹੈ, ਪਰ ਪ੍ਰਾਈਜ਼ ਕਮਿਸ਼ਨ ਵੀ ਮਿਲਦੀ ਹੈ। ਕਿੰਨੇ % ਮਿਲਦੀ ਹੈ?
10% 10% पर पीस मिलती है, ठीक है, 10% पर पीस मिलती है। यूनिट सोल्ड किन्ने होए ने 700 पीसिस, मेरी सेल किन्नी हुई है 700 पीसिस, प्राइस पर पीस किन्ना है 10 रुपये। दसो टोटल सैलरी ਉਹਦੀ किन्नी हो जाएगी ਹੁਣ 5100 5000 5600 5700 ਵਿੱਚੋਂ ਕਿਹੜਾ ਆਨਸਰ ਠੀਕ ਹੋਏਗਾ ਮੇਰਾ? ਦੱਸੋ, ਤੁਹਾਨੂੰ ਮੈਂ 5 ਸੈਕਿੰਡ ਦੇ ਰਿਹਾ। ਇਹਦਾ ਆਨਸਰ ਆਏਗਾ 5700। ਕੀ ਆਏਗਾ ਆਨਸਰ? 5700। ਆਪਾਂ ਨੂੰ 5000 ਦਾ ਪਤਾ ਸੈਲਰੀ ਹੈ, ਠੀਕ ਹੈ, 10% ਪਰ ਪੀਸ ਹੈ। ਟੋਟਲ ਕਿੰਨੇ ਪੀਸਿਸ ਸੈਂਡ ਹੋਏ ਹੈ? 700 ਪੀਸਿਸ ਹੋਏ ਹੈ, ਤਾਂ 700 ਪੀਸਿਸ 10% ਕੱਢ ਲਾਂਗੇ ਆਪਾਂ, ਠੀਕ ਹੈ, 70 ਆ ਜਾਏਗਾ। 70 ਆ ਜਾਏਗਾ ਨਾ, 70 ਪੀਸਿਸ ਆ ਜਾਣਗੇ, ਇਹਨੂੰ ਮਲਟੀਪਲਾਈ ਕਰ ਦਾਂਗੇ 10 ਨਾਲ, ਕਿੰਨਾ 700 ਰੁਪਇਆ। 700 ਰੁਪਇਆ ਮੇਰੀ ਕਮਿਸ਼ਨ ਐਡ ਹੋ ਜਾਏਗੀ 5000 ਦੇ ਵਿੱਚ, ਤਾਂ ਕਿੰਨਾ ਹੋ ਜਾਏਗਾ ਮੇਰਾ? 5700, ਠੀਕ ਹੈ ਨਾ ਫਰੈਂਡਸ। अगला क्वेश्चन है विच ऑफ द गिवन स्टेटमेंट इज करैक्ट फॉर इनडायरैक्ट लेबर। इन्हां च किहड़ी स्टेटमेंट करैक्ट है इनडायरैक्ट लेबर लई? इट इज़ चार्ज टू द फैक्ट्री ओवरहेड अकाउंट, इट इज़ चार्ज टू द वर्किंग प्रोसेस, इट इज़ द एंटायर प्रोडक्शन, इट इज़ चार्ज टू द एडमिनिस्ट्रेटिव एक्सपेंसिस। दसो। ध्यान नाल पढ़िओ, उरे लेबर की गल हो रही है, ठीक है। लेबर तुसीं सोचो किस च हो सकती है? इसका आंसर आएगा इट इज़ चार्ज टू द फैक्ट्री ओवरहेड। की आएगा? इट्स चार्ज टू द फैक्ट्री ओवरहेड, फैक्ट्री ओवरहेड अकाउंट में आउंदा, ठीक है ना। अगला क्वेश्चन है अ प्रोडक्शन वर्कर पेड सैलरी रुपीज़ 700 रुपये पर मंथ प्लस 5 रुपीज़ फॉर ईच यूनिट प्रोड्यूस ड्यूरिंग द मंथ। एक तो 700 रुपये महीना की तनख्वाह तो है ही है, एक एक्सट्रा उन्होंने कितने मिल रहे हैं 5 रुपये ईच यूनिट के प्रोड्यूस ड्यूरिंग द मंथ। तो दिस लेबर कोस्ट बेस्ट डिस्क्राइब, ऐसी जी लेबर कोस्ट मिलती है उसमें आप की कह सकते हैं? फिक्स कोस्ट कह सकते हैं, वेरिएबल कोस्ट कह सकते हैं, सैमी वेरिएबल कह सकते हैं, स्टैप फिक्स कोस्ट कह सकते हैं। दसो। इन्हों आप कहेंगे सी ऑप्शन अ सैमी वेरिएबल कोस्ट। फिक्स तो मिल रही है, ठीक है, प्लस प्रोडक्शन के हिसाब से उन्होंने एक कमीशन भी मिल रही है एक्सट्रा 5 रुपये। तो सैमी वेरिएबल की होंगे फिक्स कोस्ट प्लस वेरिएबल कोस्ट, ठीक है। सैमी वेरिएबल कोस्ट कड़ी होंगी है फिक्सड प्लस वेरिएबल कोस्ट। तो और केड़ा ऑप्शन आ जाएगा? सी ऑप्शन। अगला क्वेश्चन है विच ऑफ द गिवन इज करैक्ट फॉर अकाउंटिंग एंट्री ऑफ क्लोजिंग बैलेंस ऑफ वर्किंग प्रोग्रेस। जी वर्किंग प्रोग्रेस की क्लोजिंग एंट्री होंगी है उस हिसाब से इस कि स्टेटमेंट ठीक है? वर्किंग प्रोग्रेस अकाउंट डैबिट होंदा है तो इन्वेंटरी क्रेडिट होंदा है, इन्वेंटरी अकाउंट डैबिट होंदा है, वर्किंग प्रोग्रेस अकाउंट क्रेडिट होंदा है, वर्किंग प्रोग्रेस अकाउंट डैबिट होंदा है, पे रोल अकाउंट क्रेडिट होंदा है, या देयर इज़ अ नो अकाउंटिंग एंट्री फॉर द क्लोजिंग बैलेंस ऑफ द वर्किंग प्रोग्रेस। जो तुसीं मेरा कोर्सशीट वाला लैक्चर देखा होएगा उस भी तुसीं जे ध्यान नाल उसनूं समझिया होएगा कोर्सशीट वाले नूं, तुसीं इसदा आंसर जरूर दे पाओगे कि ऐसी एंट्री होंदी है अपनी अकाउंटिंग एंट्री क्लोजिंग बैलेंस की वर्किंग प्रोग्रेस की। जे होंदी है तो इस किहड़ी स्टेटमेंट ठीक है? इसका आंसर आएगा देयर इज़ नो अकाउंटिंग एंट्री फॉर द क्लोजिंग बैलेंस ऑफ द वर्किंग प्रोग्रेस। कोई एंट्री नहीं होंगी क्लोजिंग बैलेंस, ठीक है ना फ्रेंड्स। उसका डी ऑप्शन आ जाएगा। अगला है अकाउंटेटिव एक्सप्रैशन ऑफ मैनेजमेंट ऑब्जेक्टिव इज एन। क्वांटिटेटिव एक्सप्रैशन वाले मैनेजमेंट ऑब्जेक्टिव्स ਕਿਹੜੇ हैं? इन्हों चो किहड़े किसदे हो सकते हैं? कहने का भाव
ਕਿ ਜਿਹੜੇ ਕੁਆਂਟੀਟਿਵ ਐਕਸਪ੍ਰੈਸ਼ਨ ਉਹ ਮੈਨੇਜਮੈਂਟ ਆਬਜੈਕਟਿਵਸ ਦੇ ਕਿਹਦੇ ਹੋ ਸਕਦੇ ਹਨ? ਆਰਗੇਨਾਈਜੇਸ਼ਨ ਚਾਰਟ ਦੇ ਹੋ ਸਕਦੇ ਹਨ, ਮੈਨੇਜਮੈਂਟ ਚਾਰਟ ਦੇ ਹੋ ਸਕਦੇ ਹਨ, ਬਜਟ ਦੇ ਹੋ ਸਕਦੇ ਹਨ, ਨਨ ਆਫ ਥੀਸ ਦੇ ਹੋ ਸਕਦੇ ਹਨ। ਇਹਦਾ ਆਨਸਰ ਆਏਗਾ ਸੀ, ਬਜਟ ਦੇ। ਠੀਕ ਹੈ, ਕੁਆਂਟੀਟਿਵ ਐਕਸਪ੍ਰੈਸ਼ਨ ਜਿਹੜੇ ਹੁੰਦੇ ਨੇ ਮੈਨੇਜਮੈਂਟ ਆਬਜੈਕਟਿਵਸ ਜਿਹੜੇ ਆਫ ਦੀ ਮੈਨੇਜਮੈਂਟ ਆਬਜੈਕਟਿਵਸ ਦੇ ਉਹ ਹਮੇਸ਼ਾ ਬਜਟ ਦੇ ਹੁੰਦੇ ਹਨ। ਅਗਲਾ ਕੁਐਸਚਨ ਹੈ, ਅ ਕੋਸਟ ਸੈਂਟਰ ਇਜ਼ ਦਾ ਯੂਨਿਟ ਆਫ ਪ੍ਰੋਡਕਸ਼ਨ ਇਨ ਰਿਲੇਸ਼ਨ ਟੂ ਵਿਚ ਕੋਸਟ ਆਰ ਅਸਰਟੇਨਡ। ਕੋਸਟ ਸੈਂਟਰ ਕੀ ਹੈ ਦੱਸੋ, ਬਸ ਇਹ ਪੁੱਛ ਰਹੇ ਹੋ। ਜਾਂ ਬੀ ਆਪਸ਼ਨ ਅ ਲੋਕੇਸ਼ਨ ਵਿਚ ਇਜ਼ ਰਿਸਪੋਂਸਿਬਲ ਫॉर ਕੰਟਰੋਲਿੰਗ ਡਾਇਰੈਕਟ ਕੋਸਟ। ਸੀ ਆਪਸ਼ਨ ਐਨੀ ਲੋਕੇਸ਼ਨ ਔਰ ਡਿਪਾਰਟਮੈਂਟ ਵਿਚ ਇਨਕਰ ਕੋਸਟ, ਨਨ ਆਫ ਦਿਸ। ਕੋਸਟ ਸੈਂਟਰ ਕੀ ਕਰਦੀ ਹੈ ਦੱਸੋ ਮੈਨੂੰ। ਥੋੜ੍ਹੀ ਤੁਹਾਨੂੰ ਮੈਂ ਇੱਕ ਹਿੰਟ ਵੀ ਦੇ ਦਿੰਦਾ, ਜਿਵੇਂ ਕੋਈ ਰਿਸਰਚ ਡਿਪਾਰਟਮੈਂਟ ਹੁੰਦਾ ਹੈ, ਕੋਈ ਮਾਰਕੀਟਿੰਗ ਡਿਪਾਰਟਮੈਂਟ ਹੁੰਦਾ, ਅਕਾਊਂਟਿੰਗ ਡਿਪਾਰਟਮੈਂਟ ਹੁੰਦਾ, ਉਹ ਕੀ ਕਰਦਾ ਹੁੰਦਾ? ਤੁਹਾਨੂੰ ਮੈਂ ਇੱਕ ਹਿੰਟ ਵੀ ਦੇ ਦਿੱਤਾ। ਤਾਂ ਫਿਰ ਕੋਸਟ ਸੈਂਟਰ ਕੀ ਕਰੇਗੀ? ਜੇ ਉਹ ਕੀ ਕਰਦਾ ਹੁੰਦਾ, ਜੇ ਤੁਹਾਨੂੰ ਪਤਾ ਲੱਗ ਚੁੱਕਾ, ਜੇ ਕੋਈ ਅਕਾਊਂਟਿੰਗ ਡਿਪਾਰਟਮੈਂਟ ਹੈ ਤਾਂ ਕੋਸਟ ਸੈਂਟਰ ਕੀ ਕਰਦੀ ਹੋਏਗੀ? ਇਹ 'ਚੋਂ ਕਿਹੜਾ ਆਪਸ਼ਨ ਬਿਲਕੁਲ ਬੈਸਟ ਬੈਠੇਗਾ? ਇਹਦਾ ਆਨਸਰ ਆਏਗਾ ਸੀ ਆਪਸ਼ਨ, ਐਨੀ ਲੋਕੇਸ਼ਨ ਔਰ ਡਿਪਾਰਟਮੈਂਟ ਵਿੱਚ ਇਨਕਰਸ ਦੀ ਕੋਸਟ। ਠੀਕ ਹੈ, ਅਗਲਾ ਕੁਐਸਚਨ ਹੈ, ਅ ਫਿਕਸ ਕੋਸਟ ਕਿਹਨੂੰ ਕਹਾਂਗੇ ਆਪਾਂ? ਮੇ ਚੇਂਜ ਇਨ ਦਾ ਟੋਟਲ ਵੈਨ ਸੱਚ ਚੇਂਜ ਇਜ਼ ਨੋਟ ਰਿਲੇਟਿਡ ਟੂ ਦਾ ਚੇਂਜ ਇਨ ਪ੍ਰੋਡਕਸ਼ਨ, will not change in a total because it is not related to change in productions, is constant per unit for each unit of the change in productions, may change in a total depending upon the production with the relevant change। ਦੱਸੋ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ। ਠੀਕ ਹੈ, ਫਿਕਸ ਕੋਸਟ ਕਿਹਨੂੰ ਕਹਾਂਗੇ ਆਪਾਂ? ਇਹ 'ਚੋਂ ਕਿਹੜਾ ਸਟੇਟਮੈਂਟ ਬਿਲਕੁਲ ਸੈੱਟ ਬੈਠੇਗਾ? ਠੀਕ ਹੈ ਫਰੈਂਡਸ, 9th ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ। ਅੱਜ ਦੇ ਲੈਕਚਰ ਦਾ ਫਸਟ ਕੁਐਸਚਨ ਦਾ ਆਨਸਰ ਜਿਹੜਾ ਮੈਂ ਤੁਹਾਡੇ ਤੋਂ ਪੁੱਛ ਰਿਹਾ 9th ਜਿਹੜਾ ਉਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। 10ਵਾਂ ਕੁਐਸਚਨ ਹੈ, ਐਕਸਪੈਂਸਿਸ ਸੱਚ ਐਂਡ ਰੈਂਟ ਐਂਡ ਡੈਪਰੀਸ਼ੀਏਸ਼ਨ ਆਫ ਬਿਲਡਿੰਗ ਆਰ ਸ਼ੇਅਰਡ ਬਾਈ ਸੈਵਰਲ ਡਿਪਾਰਟਮੈਂਟਸ, ਥੀਸ ਆਰ। ਜਿਹੜੇ ਐਕਸਪੈਂਸਿਸ ਹੈ ਰੈਂਟ ਅਤੇ ਡੈਪਰੀਸ਼ੀਏਸ਼ਨ, ਉਹ ਕਿਸ ਤਰ੍ਹਾਂ ਦੇ ਐਕਸਪੈਂਸਿਸ ਹੈ ਮੈਨੂੰ ਦੱਸੋ। ਇਨਡਾਇਰੈਕਟ ਐਕਸਪੈਂਸਿਸ ਹੈ, ਡਾਇਰੈਕਟ ਐਕਸਪੈਂਸਿਸ ਹੈ, ਜੁਆਇੰਟ ਐਕਸਪੈਂਸਿਸ ਹੈ, ਆਲ ਆਫ ਦੀ ਅਬਵ। ਇਹਦਾ ਆਨਸਰ ਆਏਗਾ ਇਨਡਾਇਰੈਕਟ ਐਕਸਪੈਂਸਿਸ। ਤੁਹਾਨੂੰ ਸਮਝ ਆ ਹੀ ਰਿਹਾ ਹੋਣਾ ਰੈਂਟ ਅਤੇ ਡੈਪਰੀਸ਼ੀਏਸ਼ਨ ਕੀ ਹੋਣਗੇ ਮੇਰੇ? ਇਨਡਾਇਰੈਕਟ ਐਕਸਪੈਂਸਿਸ। ਠੀਕ ਹੈ ਨਾ ਫਰੈਂਡਸ। ਹੁਣ ਆਪਣਾ ਕੁਐਸਚਨ ਆ ਗਿਆ ਰੀਆਰਡਰ ਕੁਆਂਟੀਟੀ ਦਾ। ਆਪਾਂ ਨੇ ਰੀਆਰਡਰ ਕੁਆਂਟੀਟੀ ਦਿੱਤੀ ਹੋਈ ਹੈ 3600 ਯੂਨਿਟਸ, ਮੈਕਸਿਮਮ ਕੰਜ਼ੰਪਸ਼ਨ ਦਿੱਤੀ ਹੋਈ ਹੈ 900 ਪਰ ਯੂਨਿਟ, ਮਿਨੀਮਮ ਦਿੱਤੀ ਹੋਈ ਹੈ 300 ਯੂਨਿਟ ਨਹੀਂ ਹੈ 900 ਯੂਨਿਟਸ ਪਰ ਵੀਕ, ਅਤੇ ਮਿਨੀਮਮ ਕੰਜ਼ੰਪਸ਼ਨ ਦਿੱਤੀ ਹੋਈ ਹੈ 300 ਯੂਨਿਟਸ ਪਰ ਵੀਕ। ਰੀਆਰਡਰ ਪੀਰੀਅਡ ਕਿੰਨਾ ਹੈ? 5 ਵੀਕਸ ਦਾ। ਤਾਂ ਆਪਾਂ ਨੇ ਕੀ ਦੱਸਣਾ ਹੈ? ਰੀਆਰਡਰ ਲੈਵਲ ਦੱਸਣਾ ਹੈ। ਠੀਕ ਹੈ, ਰੀਆਰਡਰ ਲੈਵਲ ਕੱਢਣਾ ਹੈ ਕਿ ਮੈਂ ਕਦ ਆਪਣੀ ਕੁਆਂਟੀਟੀ ਮੰਗਵਾਵਾਂਗਾ, ਆਰਡਰ ਕਰਾਂਗਾ, ਕਿਸ ਟਾਈਮ 'ਤੇ ਆਰਡਰ ਕਰਾਂਗਾ, ਉਦੋਂ ਮੇਰੇ ਕੋਲ ਕਿੰਨੀਆਂ ਕੁਆਂਟੀਟੀਆਂ ਹੋਣੀਆਂ ਚਾਹੀਦੀਆਂ, ਦੱਸੋ ਮੈਨੂੰ। ਕਦ ਮੈਂ ਆਰਡਰ ਕਰਾਂਗਾ ਮੈਂ? ਆਪਸ਼ਨ ਹੈਗਾ 4500 ਯੂਨਿਟਸ, 3900 ਯੂਨਿਟਸ, 1200 ਯੂਨਿਟਸ, ਨਨ ਆਫ ਦਿਸ। और ਆਪਾਂ ਰੀਆਰਡਰ ਕੁਆਂਟੀਟੀ ਕਿਸ ਨੂੰ ਕਹਿ ਰਹੇ ਹਾਂ? EOQ ਨੂੰ। ਠੀਕ ਹੈ, ਇਕਨੋਮਿਕ ਆਰਡਰ ਕੁਆਂਟੀਟੀ ਨੂੰ ਹੀ ਰੀਆਰਡਰ ਕੁਆਂਟੀਟੀ ਕਹਿੰਦੇ ਨੇ। 3600 ਯੂਨਿਟਸ ਹੈ, ਯਾਨੀ ਕਿ ਮੈਂ 3600 ਯੂਨਿਟਸ ਪਰ ਆਰਡਰ 'ਤੇ ਮੰਗਵਾਉਣਾ। ਤਾਂ ਮੈਨੂੰ ਦੱਸੋ ਰੀਆਰਡਰ ਲੈਵਲ ਮੇਰਾ ਕਦੋਂ ਹੋਏਗਾ? ਜਿਹੜੀ 3600 ਯੂਨਿਟ 'ਚੋਂ ਕਿੰਨੀਆਂ ਯੂਨਿਟਸ 'ਤੇ ਮੇਰਾ ਰੀਆਰਡਰ ਲੈਵਲ ਹੋ ਜਾਏਗਾ? ਤਾਂ ਪਲੱਸ ਜੇ ਕੋਲ ਮੇਰਾ ਜਿਹੜਾ ਪਿਛਲਾ ਬੈਕਅਪ ਪਿਆ ਉਹ ਕਿੰਨਾ ਹੋ ਸਕਦਾ? ਟੋਟਲ ਕਿੰਨੀ ਮੇਰੀ ਯੂਨਿਟਸ ਮੇਰੇ ਕੋਲ ਹੋਣਗੀਆਂ, ਕਿਸ ਲੈਵਲ 'ਤੇ ਹੋਣ ਜਦੋਂ ਮੈਂ ਦੁਬਾਰਾ ਆਰਡਰ ਕਰ ਸਕਦਾ, ਜਿਸ 'ਚ ਮੈਨੂੰ ਕੋਈ ਰਿਸਕ ਨਹੀਂ ਹੈ, ਦੱਸੋ। ਇਹਦਾ ਆਪਾਂ ਆਨਸਰ ਇਵੇਂ ਕੱਢਾਂਗੇ, ਮੈਕਸਿਮਮ ਕੰਜ਼ੰਪਸ਼ਨ ਕਿੰਨੀ ਹੈ ਤੁਹਾਨੂੰ ਮੈਂ ਦੱਸਿਆ ਸੀ ਨਾ, ਮੈਕਸਿਮਮ ਕੰਜ਼ੰਪਸ਼ਨ। ਠੀਕ ਹੈ ਨਾ,
ਤਾਂ ਮੈਕਸਿਮਮ ਇਹਦਾ ਪੀਰੀਅਡ ਕਿੰਨਾ ਹੋ ਜਾਏਗਾ 5 ਵੀਕਸ। ਠੀਕ ਹੈ, ਤਾਂ 900 ਮਲਟੀਪਲਾਈ 5 ਕਿੰਨਾ ਹੋ ਜਾਏਗਾ 4500। ਜਦੋਂ ਮੇਰੇ ਕੋਲ 4500 ਯੂਨਿਟਸ ਹੋਣਗੀਆਂ ਉਦੋਂ ਹੀ ਮੈਂ ਦੁਬਾਰਾ ਰੀਆਰਡਰ ਕਰ ਸਕਾਂਗਾ। 4500 ਯੂਨਿਟਸ ਦਾ ਮਤਲਬ 3600 ਯੂਨਿਟਸ ਤਾਂ ਇਹ ਹੋਣਗੀਆਂ, ਬਾਕੀ ਜਿੰਨੀ ਯੂਨਿਟਸ ਮੇਰੇ ਕੋਲ ਪਿੱਛੇ ਪਈਆਂ ਹੋਣਗੀਆਂ, ਕੁਛ ਤਾਂ ਪਈਆਂ ਹੋਣਗੀਆਂ ਨਾ, ਕੁਛ ਤਾਂ ਮੈਨੇ ਰੀਆਰਡਰ ਕਰਨੀ ਹੋਣੀ ਆ, ਉਹਨੂੰ ਪਲੱਸ ਕਰਕੇ ਜਿੰਨੀਆਂ ਮੇਰੀਆਂ ਇੰਨੀਆਂ ਕੁ ਹੋਣਗੀਆਂ ਉਸ ਤੋਂ ਬਾਅਦ ਹੀ ਮੈਂ ਆਰਡਰ ਕਰ ਸਕਾਂਗਾ। ਠੀਕ ਹੈ, ਮੇਰਾ ਰੀਆਰਡਰ ਲੈਵਲ ਕੀ ਹੋਏਗਾ 900 ਮਲਟੀਪਲਾਈ 5 ਤਾਂ 4500 ਆ ਜਾਏਗਾ। ਅਗਲਾ ਕੁਐਸਚਨ ਹੈ ਡਾਇਰੈਕਟ ਮਟੀਰੀਅਲ ਕੋਸਟ ਪਲੱਸ ਡਾਇਰੈਕਟ ਲੇਬਰ ਕੋਸਟ ਕੀ ਕਵਾਂਗੇ ਆਪਾਂ, ਜੇ ਇਹਨਾਂ ਦੋਨਾਂ ਕੋਸਟ ਨੂੰ ਪਲੱਸ ਕਰ ਦਈਏ ਤਾਂ ਕੀ ਨਿਕਲੇਗਾ ਮੇਰਾ, ਪ੍ਰਾਈਮ ਕੋਸਟ, ਕਨਵਰਜਨ ਕੋਸਟ, ਪ੍ਰੋਡਕਟ ਕੋਸਟ, ਆਲ ਆਫ ਦਿਸ। ਇਹਦਾ ਆਂਸਰ ਆਏਗਾ ਪ੍ਰਾਈਮ ਕੋਸਟ। ਠੀਕ ਹੈ ਨਾ, ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਡਾਇਰੈਕਟ ਮਟੀਰੀਅਲ ਤੇ ਡਾਇਰੈਕਟ ਲੇਬਰ ਨੂੰ ਆਪਾਂ ਪਲੱਸ ਕਰਾਂਗੇ ਤਾਂ ਸਾਡੀ ਕੀ ਆ ਜਾਂਦੀ ਹੈ ਪ੍ਰਾਈਮ ਕੋਸਟ। ਅਗਲਾ ਕੁਐਸਚਨ ਹੈ ਪ੍ਰੋਸੈਸ ਕੋਸਟ ਇਜ਼ ਵੈਰੀ ਮੱਚ ਐਪਲੀਕੇਬਲ ਇਨ, ਕਿੱਥੇ ਐਪਲੀਕੇਬਲ ਹੁੰਦੀ ਹੈ ਦੱਸੋ ਮੈਨੂੰ। ਪ੍ਰੋਸੈਸ ਕੋਸਟ ਨਾਮ ਤੋਂ ਹੀ ਪਤਾ ਲੱਗ ਰਿਹਾ ਪ੍ਰੋਸੈਸ ਕੋਸਟ, ਤਾਂ ਕਿੱਥੇ ਐਪਲੀਕੇਬਲ ਹੋਏਗੀ, ਕੰਸਟਰਕਸ਼ਨ ਇੰਡਸਟਰੀ, ਫਾਰਮਾਸਿਊਟੀਕਲ ਇੰਡਸਟਰੀ, 에ਅਰਲਾਈਨ ਇੰਡਸਟਰੀ, ਨਨ ਆਫ ਦਿਸ। ਇਹਦਾ ਆਂਸਰ ਆਏਗਾ ਕੰਸਟਰਕਸ਼ਨ ਇੰਡਸਟਰੀ। ਠੀਕ ਹੈ ਨਾ, ਕੰਸਟਰਕਸ਼ਨ ਵਿੱਚ ਆਪਾਂ ਹਰ ਇੱਕ ਯੂਨਿਟ 'ਤੇ ਆਪਾਂ ਪੂਰੀ ਕੋਸਟ ਤੈਅ ਕਰਦੇ ਹਾਂ ਨਾ, ਕਿੰਨੀ ਯੂਨਿਟ 'ਤੇ ਕਿੰਨਾ ਬਣੇਗਾ, ਫਿਰ ਪੂਰਾ ਪ੍ਰੋਸੈਸ ਚੱਲਦਾ ਕੰਸਟਰਕਸ਼ਨ ਇੰਡਸਟਰੀ 'ਚ, ਕਦੇ ਵੀ ਦੇਖਿਆ ਹੋਣਾ। ਆਪਾਂ ਨੂੰ ਪੂਰਾ ਇੱਕ ਰੇਟ ਤੈਅ ਕਰਨਾ ਪੈਂਦਾ ਕਿ ਇੰਨਾ ਇਸੇ ਪ੍ਰੋਸੈਸ 'ਤੇ ਇੰਨਾ ਪ੍ਰੋਜੈਕਟ ਬਣ ਜਾਏਗਾ, ਫਿਰ ਇੰਨੇ ਪਾਰਟ 'ਤੇ ਇੰਨਾ ਕੰਪਲੀਟ ਹੋ ਜਾਏਗਾ, ਉਸ ਹਰ ਇੱਕ ਦੀ ਇੱਕ ਕੋਸਟ ਤੈਅ ਹੁੰਦੀ ਹੈ। ਤਾਂ ਪ੍ਰੋਸੈਸ ਕੋਸਟ ਹਮੇਸ਼ਾ ਮੇਰੀ ਕੰਸਟਰਕਸ਼ਨ ਇੰਡਸਟਰੀ ਵਿੱਚ ਲੱਗਦੀ ਹੈ। ਠੀਕ ਹੈ ਨਾ ਫਰੈਂਡਸ। ਅਗਲਾ ਕੁਐਸਚਨ ਹੈ ਕੋਸਟ ਇਨਫੋਰਮੇਸ਼ਨ ਫੈਸਿਲਿਟੇਟਸ ਮੈਨੀ ਇੰਪੋਰਟੈਂਟ ਡਿਸੀਜਨ ਐਕਸੈਪਟ, ਕੋਸਟ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਕਾਫੀ ਹੈਲਪਫੁਲ ਹੁੰਦੀ ਹੈ ਕਈ ਡਿਸੀਜ਼ਨਾਂ ਵਿੱਚ, ਕਿਸ ਨੂੰ ਛੱਡ ਕੇ, ਕਿਹੜੇ ਡਿਸੀਜ਼ਨ ਛੱਡ ਕੇ ਬਾਕੀ ਡਿਸੀਜ਼ਨ ਵਿੱਚ ਕਾਫੀ ਹੈਲਪਫੁਲ ਹੁੰਦੀ ਹੈ ਦੱਸੋ। ਇੰਟਰੋਡਕਸ਼ਨ ਆਫ ਦੀ ਪ੍ਰੋਡਕਟ, ਵੈਦਰ ਟੂ ਮੇਕ ਔਰ ਬਾਏ, ਰਿਟੈਂਸ਼ਨ ਆਫ ਪ੍ਰੋਫਿਟ ਜਾਂ ਐਕਸਪਲੋਰੇਸ਼ਨ ਆਫ ਐਡੀਸ਼ਨਲ ਮਾਰਕੀਟ। ਦੱਸੋ ਜਿਹੜੀ ਮੇਰੇ ਕੋਲ ਕੋਸਟ ਦੀ ਇਨਫੋਰਮੇਸ਼ਨ ਆਉਂਦੀ ਹੈ ਉਹ ਕਿੱਥੇ ਕਿੱਥੇ ਮੈਨੂੰ ਹੈਲਪਫੁਲ ਹੁੰਦੀ ਹੈ, ਕਿਸ ਨੂੰ ਛੱਡ ਕੇ ਮੈਨੂੰ ਹੈਲਪਫੁਲ ਹੁੰਦੀ ਹੈ, ਇਹ 'ਚੋਂ ਕਿਹੜਾ ਆਪਸ਼ਨ ਹੈ ਜਿਸ 'ਚ ਮੈਨੂੰ ਜਿਹੜੀ ਕੋਸਟ ਦੀ ਇਨਫੋਰਮੇਸ਼ਨ ਉੱਥੇ ਹੈਲਪਫੁਲ ਬਿਲਕੁਲ ਨਹੀਂ ਹੁੰਦੀ। ਇਹਦਾ ਆਂਸਰ ਆਏਗਾ ਸੀ ਆਪਸ਼ਨ, ਰਿਟੈਂਸ਼ਨ ਆਫ ਪ੍ਰੋਫਿਟ। ਕੀ ਆਏਗਾ ਸੀ ਆਪਸ਼ਨ, ਰਿਟੈਂਸ਼ਨ ਆਫ ਪ੍ਰੋਫਿਟ। ਅਗਲਾ ਕੁਐਸਚਨ ਹੈ ਪ੍ਰੋਡਕਸ਼ਨ ਇਨਵੋਲਵਸ ਯੂਜ਼ ਆਫ, ਪ੍ਰੋਡਕਸ਼ਨ ਦੇ ਇਨਵੋਲਵਸ ਕਿਹੜੇ ਕਿਹੜੇ ਕੀ ਆਉਂਦਾ ਪ੍ਰੋਡਕਸ਼ਨ ਵਿੱਚ ਦੱਸੋ। ਰੋ ਮਟੀਰੀਅਲ, ਅਸੈਂਬਲਸ, ਮੈਨ ਐਂਡ ਮਸ਼ੀਨਸ, ਆਲ ਆਫ ਦੀ ਅਬਵ। ਦੱਸੋ ਈਜ਼ੀ ਕੁਐਸਚਨ ਹੈ। ਪ੍ਰੋਡਕਸ਼ਨ 'ਚ ਕੀ ਆ ਜਾਂਦਾ ਹੈ, ਥੋੜਾ ਸੋਚੋ। ਇਹਦਾ ਆਂਸਰ ਆਏਗਾ ਡੀ ਆਪਸ਼ਨ, ਸਾਰਾ ਕੁਝ ਆ ਜਾਂਦਾ। ਰੋ ਮਟੀਰੀਅਲ ਆ ਜਾਂਦਾ, ਅਸੈਂਬਲਸ ਆ ਜਾਂਦੇ, ਮੈਨ ਵੀ ਆ ਜਾਂਦੇ, ਮਸ਼ੀਨਸ ਵੀ ਆ ਜਾਂਦੇ ਨੇ। ਠੀਕ ਹੈ, ਕੋਸਟ ਕੈਨ ਬੀ ਕਲਾਸੀਫਾਈਡ ਅਕੋਰਡਿੰਗ ਟੂ, ਆਪਾਂ ਕੋਸਟ ਨੂੰ ਕਿਸ ਤਰ੍ਹਾਂ ਕਲਾਸੀਫਾਈਡ ਕਰ ਸਕਦੇ ਹਾਂ, ਐਲੀਮੈਂਟਸ ਨਾਲ, ਫੰਕਸ਼ਨਸ ਨਾਲ, ਬਿਹੇਵੀਅਰ ਨਾਲ, ਆਲ ਆਫ ਦੀ ਅਬਵ ਨਾਲ। ਦੱਸੋ ਇਹਦਾ ਆਂਸਰ ਆਏਗਾ ਡੀ ਆਪਸ਼ਨ, ਆਲ ਆਫ ਦੀ ਅਬਵ। ਠੀਕ ਹੈ, ਐਲੀਮੈਂਟਸ ਵੀ ਆਉਂਦੇ ਨੇ, ਫੰਕਸ਼ਨਸ ਵੀ ਆਉਂਦੇ ਨੇ, ਬਿਹੇਵੀਅਰ ਵੀ ਆਉਂਦੇ ਨੇ। ਦ ਇੰਪੋਰਟੈਂਟ ਐਲੀਮੈਂਟਸ ਆਫ ਦੀ ਕੋਸਟ ਆਰ ਦੀ ਫੋਲੋਇੰਗ ਐਕਸੈਪਟ, ਇਹਨਾਂ 'ਚੋਂ ਇੰਪੋਰਟੈਂਟ ਐਲੀਮੈਂਟਸ ਨੇ ਕੋਸਟ ਦੇ, ਕਿਸ ਨੂੰ ਛੱਡ ਕੇ ਦੱਸੋ। ਮਟੀਰੀਅਲ, ਲੇਬਰ, ਐਕਸਪੈਂਸਿਸ, ਮਾਰਕੀਟਿੰਗ ਕੋਸਟ। ਇਹ ਆਏਗਾ ਆਂਸਰ ਮਾਰਕੀਟਿੰਗ ਕੋਸਟ। ਠੀਕ ਹੈ, ਮਾਰਕੀਟਿੰਗ ਕੋਸਟ ਕਿਹਦਾ ਪਾਰਟ ਹੈ, ਸੈਲਿੰਗ ਐਂਡ ਡਿਸਟਰੀਬਿਊਸ਼ਨ ਦਾ ਪਾਰਟ ਹੈ। ਠੀਕ ਹੈ, ਇੱਕ ਤਰ੍ਹਾਂ ਦਾ ਓਵਰਹੈਡ ਹੈ। ਠੀਕ ਹੈ, ਇਹ ਇਸ ਵਿੱਚ ਨਹੀਂ ਆ ਸਕਦਾ। ਠੀਕ ਹੈ ਨਾ, ਇਹ ਆਪਣੀ ਸਿੱਧਾ ਐਕਸਪੈਂਸਿਸ 'ਚ ਨਹੀਂ ਆ ਸਕਦਾ, ਲੇਬਰ ਐਕਸਪੈਂਸਿਸ ਮਟੀਰੀਅਲ ਵਿੱਚ ਨਹੀਂ ਆ ਸਕਦਾ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਇਨਕਲੂਡਿਡ ਇਨ ਦਾ ਐਡਮਿਨਿਸਟ੍ਰੇਸ਼ਨ ਕੋਸਟ। ਦੱਸੋ ਸੈਲਿੰਗ ਐਂਡ ਆਫ ਜਨਰਲ ਆਫਿਸ ਰੈਡ ਸਟਾਫ, ਸੈਲਰੀਜ਼ ਆਫ ਫੋਰਮੈਨ, ਆਫਿਸ ਸਪਲਾਈਜ਼ ਐਂਡ ਐਕਸਪੈਂਸਿਸ, ਪੋਸਟੇਜ, ਸਟੇਸ਼ਨਰੀ, ਟੈਲੀਫੋਨ ਐਕਸੈਟਰਾ। ਇਹ 'ਚੋਂ ਕਿਹੜਾ ਹੈ
ਐਡਮਿਨਿਸਟ੍ਰੇਸ਼ਨ ਦਾ ਪਾਰਟ ਨਹੀਂ ਹੈ। ਐਡਮਿਨਿਸਟ੍ਰੇਸ਼ਨ ਦਾ ਸਮਝ ਰਹੇ ਹੋ ਨਾ, ਆਫਿਸ ਦੇ ਐਕਸਪੈਂਸਿਸ। ਇਹਦਾ ਆਂਸਰ ਆਏਗਾ ਬੀ ਆਪਸ਼ਨ। ਠੀਕ ਹੈ, ਸੈਲਰੀਜ਼ ਆਫ ਦੀ ਫੋਰਮੈਨ, ਇਹ ਮੇਰਾ ਕਿੱਦਾਂ ਪਾਰਟ ਹੈ, ਫੈਕਟਰੀ ਓਵਰਹੈਡ ਦਾ। ਠੀਕ ਹੈ, ਫੈਕਟਰੀ ਦਾ ਖਰਚਾ ਉਹ। ਠੀਕ ਹੈ, ਫੈਕਟਰੀ ਕੋਸਟ ਵਿੱਚ ਐਡ ਹੁੰਦਾ। ਸੋ ਬੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ ਕੋਸਟ ਆਫ ਸੇਲ ਇਜ਼ ਦਾ। ਕੋਸਟ ਆਫ ਸੇਲ 'ਚ ਕੀ ਹੁੰਦਾ ਹੈ? ਜੇ ਤੁਹਾਨੂੰ ਮੇਰਾ ਕੋਸਟ ਸ਼ੀਟ ਵਾਲਾ ਦੇਖਿਆ, ਤੁਹਾਨੂੰ ਇਸਦਾ ਆਂਸਰ ਆਰਾਮ ਨਾਲ ਪਤਾ ਹੋਏਗਾ। ਦੱਸੋ ਮੈਨੂੰ। ਪਹਿਲਾ ਆਪਸ਼ਨ ਹੈ ਟੋਟਲ ਕੋਸਟ ਇਨਕਰਡ ਇਨ ਪ੍ਰੋਡਕਸ਼ਨ, ਐਡਮਿਨਿਸਟ੍ਰੇਸ਼ਨ ਐਂਡ ਮਾਰਕੀਟਿੰਗ ਫੰਕਸ਼ਨਸ। ਬੀ ਆਪਸ਼ਨ ਵਰਕ ਕੋਸਟ ਪਲੱਸ ਐਡਮਿਨਿਸਟ੍ਰੇਸ਼ਨ ਓਵਰਹੈਡ। ਸੀ ਆਪਸ਼ਨ ਐਗਰੀਗੇਟ ਆਫ ਵਰਕਸ, ਐਡਮਿਨਿਸਟ੍ਰੇਸ਼ਨ ਐਂਡ ਮਾਰਕੀਟਿੰਗ ਓਵਰਹੈਡ। ਡੀ ਆਪਸ਼ਨ ਪ੍ਰਾਈਮ ਕੋਸਟ ਪਲੱਸ ਮਾਰਕੀਟਿੰਗ ਓਵਰਹੈਡ। ਦੱਸੋ। ਇਹਦਾ ਆਂਸਰ ਆਏਗਾ ਏ ਆਪਸ਼ਨ, ਟੋਟਲ ਕੋਸਟ ਇਨਕਰਡ ਵਿਦ ਪ੍ਰੋਡਕਸ਼ਨ ਕੋਸਟ, ਐਡਮਿਨਿਸਟ੍ਰੇਸ਼ਨ ਐਂਡ ਮਾਰਕੀਟਿੰਗ ਫੰਕਸ਼ਨਸ। ਉਹ ਮੇਰੀ ਕੀ ਹੋਏਗੀ, ਕੋਸਟ ਆਫ ਸੇਲਸ। ਠੀਕ ਹੈ ਨਾ, ਕੋਸਟ ਆਫ ਸੇਲ ਦਿੱਤੀ ਹੋਏਗੀ, ਇਹ ਮੇਰੀ ਨਿਕਲ ਜਾਏਗੀ ਕੋਸਟ ਆਫ ਸੇਲ। ਠੀਕ ਹੈ, ਤਾਂ ਜਿੰਨੀ ਮੇਰੀ ਐਕਚੁਅਲ ਸੇਲ ਹੋਈ ਹੋਏਗੀ, ਉੱਚੋਂ ਮੈਂ ਕੋਸਟ ਆਫ ਸੇਲ ਮਾਈਨਸ ਕਰਕੇ ਮੇਰਾ ਪ੍ਰੋਫਿਟ ਨਿਕਲ ਜਾਏਗਾ। ਠੀਕ ਹੈ। ਅਗਲਾ ਕੁਐਸਚਨ ਹੈ ਅੱਜ ਦਾ ਲਾਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਇਨਡਾਇਰੈਕਟ ਕੋਸਟ। ਦੱਸੋ ਇਹ 'ਚੋਂ ਕਿਹੜੀ ਇਨਡਾਇਰੈਕਟ ਕੋਸਟ ਹੈ? ਦ ਡੈਪਰੇਸ਼ਨ ਆਫ ਦੀ ਮਸ਼ੀਨਰੀ, the overtime premium incurred at the specific request of the customer, the hire of the tools for a specific job, या all of the given options। ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ। ਇੱਕ ਮੈਂ ਤੁਹਾਡੇ ਤੋਂ ਉੱਪਰ ਕੁਐਸਚਨ ਪੁੱਛਿਆ, ਇੱਕ ਆ ਪੁੱਛਿਆ, ਦੋ ਕੁਐਸਚਨ ਪੁੱਛੇ ਨੇ ਅੱਜ ਮੈਂ ਤੁਹਾਡੇ ਤੋਂ। ਇਹਦਾ ਆਂਸਰ ਤੁਸੀਂ ਮੈਨੂੰ ਦੋਨੋਂ ਕੁਐਸਚਨਾਂ ਦਾ ਆਂਸਰ ਤੁਸੀਂ ਕਮੈਂਟ ਸੈਕਸ਼ਨ 'ਚ ਦੇਣਾ। ਇਨਡਾਇਰੈਕਟ ਕੋਸਟ ਪੁੱਛੀ, ਅੱਛਾ, ਤਾਂ ਧਿਆਨ ਨਾਲ ਇਸ ਨੂੰ ਦੇਖਿਓ ਅਤੇ ਮੈਨੂੰ ਦੱਸਿਓ 'ਚ ਕਿਹੜਾ ਆਪਾਂ ਐਕਚੁਅਲ 'ਚ ਇਨਡਾਇਰੈਕਟ ਕੋਸਟ ਮੰਨਾਂਗੇ। ਦੱਸੋ ਮੈਨੂੰ। ਠੀਕ ਹੈ ਨਾ, ਤਾਂ ਅੱਜ ਲਈ ਆਪਣਾ ਇੰਨਾ ਹੀ। ਅੱਜ ਆਪਾਂ ਤੁਹਾਡੇ ਤੋਂ 20 ਕੁਐਸਚਨਸ ਪੁੱਛੇ ਨੇ। ਠੀਕ ਹੈ ਨਾ, ਤਾਂ ਆਪਾਂ ਇਸੇ ਤਰ੍ਹਾਂ ਪ੍ਰੈਕਟਿਸ ਕਰਦੇ ਰਹਾਂਗੇ। ਠੀਕ ਹੈ, ਕੱਲ੍ਹ ਆਪਣਾ ਲੈਕਚਰ ਆਏਗਾ, ਕੁਝ ਨੈਕਸਟ ਕੰਸੈਪਟ ਆਏਗਾ ਉਸਦਾ। ਠੀਕ ਹੈ, ਆਪਾਂ ਨੈਕਸਟ ਕੰਸੈਪਟ ਨਾਲ ਨਾਲ ਕਰਦੇ ਜਾਵਾਂਗੇ। ਆਪਣਾ ਕੋਰਸ ਅਕਾਊਂਟਿੰਗ ਚੱਲ ਰਿਹਾ, ਫਾਈਨੈਂਸ਼ੀਅਲ ਅਕਾਊਂਟਿੰਗ ਹੋ ਚੁੱਕਾ, ਫਾਈਨੈਂਸ਼ੀਅਲ ਅਕਾਊਂਟਿੰਗ 'ਚ ਕਾਫੀ ਟੌਪਿਕ ਹੋ ਚੁੱਕੇ। ਠੀਕ ਹੈ ਫਰੈਂਡਸ, ਅਤੇ ਨਾਲ ਨਾਲ ਆਪਣੀ ਪ੍ਰੈਕਟਿਸ ਕਰਦੇ ਰਹੋ। ਮੈਂ ਤੁਹਾਡੇ ਤੋਂ ਹਰੇਕ ਸੰਡੇ ਵੀ ਇੱਕ ਟੈਸਟ ਲੈਂਦਾ ਜਾ ਰਿਹਾ। ਠੀਕ ਹੈ, ਅਤੇ ਆਪਣੇ ਜਿਹੜੇ ਵੀ ਤੁਹਾਨੂੰ ਮੈਂ ਟੈਸਟ 'ਚ ਕੁਐਸਚਨ ਪੁੱਛਦਾ ਨਾ, ਉਹ 'ਚੋਂ ਕਿੰਨੇ ਕੁਐਸਚਨ ਤੁਹਾਡੇ ਠੀਕ ਹੈ, ਉਸਦਾ ਜ਼ਰੂਰ ਕਮੈਂਟ ਕਰਿਆ ਕਰੋ, ਤਾਂ ਕਿ ਮੈਨੂੰ ਪਤਾ ਲੱਗੇ ਕਿ ਤੁਹਾਡੇ ਐਕਚੁਅਲ 'ਚ ਕਿੰਨੇ ਕੁਐਸਚਨ ਠੀਕ ਹੈ। ਠੀਕ ਹੈ ਨਾ ਫਰੈਂਡਸ। ਸੋ ਅੱਜ ਲਈ ਇੰਨਾ ਹੀ। ਕਿਰਪਾ ਕਰਕੇ ਜੇ ਤੁਹਾਨੂੰ ਅੱਜ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਜੇ ਕੋਈ ਪ੍ਰੋਬਲਮ ਆਵੇ। ਠੀਕ ਹੈ, ਜਿਵੇਂ ਪਿਛਲੇ ਲੈਕਚਰ ਵਿੱਚ ਕੋਈ ਵੀ ਪ੍ਰੋਬਲਮ ਹੈ ਤੁਹਾਨੂੰ ਕਿਸੇ ਵੀ ਕੰਸੈਪਟ ਵਿੱਚ, ਕਿਸੇ ਵੀ ਚੀਜ਼ ਵਿੱਚ, ਠੀਕ ਹੈ, ਉਸ ਤੁਸੀਂ ਮੈਨੂੰ ਕਮੈਂਟ ਕਰਨਾ, ਮੈਂ ਉਹਦਾ ਰਿਪਲਾਈ 100% ਕਰਾਂਗਾ। ਠੀਕ ਹੈ, ਓਕੇ, ਥੈਂਕ ਯੂ।